श्री वाहिगुरु साहिब जी। जे तू पुठा कृपा निधान, ना दूजा विखाल। इहा पाई मुदतड़ी, नित हृदय रखा संभाल। सतगुर आगे शीस भेट देओ, ये सतगुर साची भावै। आपे दया करो प्रभ दाते, नानक अंक समावै। सो कहूटन गुर सेवियै, अहर्निशै सुभाय। दर्शन परसै गुरु कै, जन्म मरण दुख जाय। होवै सिफत खसम दी, ਨੂਰਿਆ ਸੋ ਪੁਰਸੋਂ ਝਟਿਐ। ਤੁਧ ਡਿਠੇ ਸੱਚੀ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਹਰਿ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ। ਜਾ ਕੋ ਓਟ ਤੁਹਾਰੀ, ਹਰਿ ਬਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਵਿਆਪੈ। ਜਾ ਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਰਣਾ, ਸਰਪ ਜੈਸੇ ਅਰਦਾਰੀ। ਨਾਉ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਦਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਜਿੰਨੀਆਂ ਵੀ ਸੰਗਤਾਂ ਸਤਿਗੁਰ ਦੇ ਮੁਬਾਰਕ ਚਰਨਾਂ ਦੇ ਨਾਲ ਜੁੜੇ ਹੋਏ ਹੋ, ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ, ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਨਾ ਸਹਾਰਦਿਆਂ ਹੋਇਆਂ, ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਦੇ ਵਿੱਚ ਪਿਆਰਿਓ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਸੇਵਕ, ਜਿਨ੍ਹਾਂ ਨੇ ਪਿਆਰਿਓ ਦਰਸ਼ਨ ਦਿਦਾਰੇ ਕਰਨ ਵਾਸਤੇ ਆਏ ਹੋਏ ਸਨ। ਦਰਸ਼ਨ ਦਿਦਾਰੇ ਕਰਨ ਵਾਸਤੇ ਆਈਆਂ ਹੋਈਆਂ ਸੰਗਤਾਂ ਦੇ ਉੱਤੇ ਅਨੇਵਾਹ ਗੋਲੀ ਚਲਾਈ। ਉਹਨਾਂ ਇਹ ਨਹੀਂ ਵੇਖਿਆ ਕਿ ਇਹ ਬੱਚੇ ਹਨ, ਇਹ ਬਜ਼ੁਰਗ ਹਨ, ਇਹ ਚੱਲ ਫਿਰ ਵੀ ਨਹੀਂ ਸਕਦੇ। ਸਾਰਿਆਂ ਦੇ ਉੱਤੇ ਪਿਆਰਿਓ ਗੋਲੀਆਂ ਚਲਾਈਆਂ, ਇੱਥੋਂ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿੱਧੀਆਂ ਗੋਲੀਆਂ ਲੱਗੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਗੋਲੀਆਂ ਲੱਗੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਗੋਲੀਆਂ ਲੱਗੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਜਿਹੜੇ ਉਸ ਵੇਲੇ ਪਾਠ ਕਰਦੇ ਸਨ, ਪਾਠੀ, ਉਹਨਾਂ ਦੇ ਗੋਲੀਆਂ ਲੱਗੀਆਂ। ਪਿਆਰਿਓ ਹਰਿਮੰਦਰ ਸਾਹਿਬ ਦੇ ਰਾਗੀ ਸਾਹਿਬਾਨ, ਸਟਾਫ ਉੱਥੋਂ ਦਾ, ਜਿਨ੍ਹਾਂ ਦੇ ਬਹੁਤ ਜ਼ਿਆਦਾ ਗੋਲੀਆਂ ਲੱਗੀਆਂ। ਪਰ ਇਹ ਜ਼ੁਲਮ ਜਿਹੜਾ ਢਾਇਆ ਬਹੁਤ ਨਿੰਦਣਯੋਗ ਹੈ, ਜਿਹੜਾ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਕਿ ਪਿਆਰਿਓ ਆਪ ਵੇਖਿਆ ਹੋਵੇਗਾ ਕਿ ਜਿਸ ਨੇ ਵੀ ਜ਼ੁਲਮ ਕੀਤਾ, ਉਹ ਕਿਸੇ ਨੇ ਵੀ 153 ਦਿਨ ਤੋਂ ਵੱਧ ਸਮਾਂ ਨਹੀਂ ਕੱਢਿਆ। ਭਾਵੇਂ ਮੱਸਾ ਲੰਘੜ ਹੋਏ, ਭਾਵੇਂ ਅੰਮ੍ਰਿਤ ਸ਼ਾਹ ਅਬਦਾਲੀ ਹੋਵੇ,
ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਇੰਦਰਾ ਗਾਂਧੀ ਹੋਵੇ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਟਾਈ ਕੀਤਾ, ਪਿਆਰੇ ਬੇਅਦਬੀ ਕੀਤੀ, ਤੇ ਉਹਨਾਂ ਨੇ ਬਹੁਤਾ ਸਮਾਂ 153 ਦਿਨ ਤੋਂ ਉੱਪਰ ਕਿਸੇ ਨੇ ਵੀ ਆਪਣੀ ਜ਼ਿੰਦਗੀ ਦੇ ਨਹੀਂ ਕੱਢੀ। ਉਹਨਾਂ ਨੂੰ ਕਰਨੀ ਦਾ ਫਲ ਸਿੱਖਾਂ ਨੇ ਸਿਖਾ ਦਿੱਤਾ। ਪਿਆਰੇ ਇਹ ਜਦੋਂ ਸ਼ੁਰੂਆਤ ਹੋਈ ਹੈ ਪਿਆਰੇ, ਇਹ ਨਹੀਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਭੜਕਾਹਟ ਦੇ ਵਿੱਚ ਲਿਆਉਂਦੇ ਸਨ। ਕੋਈ ਨਾ ਕੋਈ ਐਸਾ ਕਰਮ ਕਰਿਆ ਕਰਦੇ ਸਨ ਕਿ ਜਿਹਦੇ ਨਾਲ ਸਿੱਖਾਂ ਨੂੰ ਵਾਚ ਕਰਦੇ ਨੇ ਕਿ ਇਹ ਕਿਤਨੇ ਕੁ ਗਰਮੀ ਦੇ ਵਿੱਚ ਨੇ, ਇਹ ਕਿਧਰੇ ਠੰਡੇ ਤੇ ਨਹੀਂ ਪੈ ਗਏ। ਇਹ ਵੇਖਦੇ ਸਨ, ਚੈੱਕ ਕਰਦੇ ਸਨ ਕਿ ਕੀ ਕੁਝ ਇਹ ਕਰ ਸਕਦੇ। ਹਰ ਸਮੇਂ ਦੇ ਨਾਲ ਇਸ ਤਰ੍ਹਾਂ ਹੋਇਆ। ਪਿਆਰੋ, ਉਹਨਾਂ ਸਮਿਆਂ ਦੇ ਵਿੱਚ ਇੱਕ ਪੱਤਰਕਾਰ ਸੀ ਜਿਸ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਆਖੀ, ਉਹਦੇ ਛਪੇ ਹੋਏ ਪੱਤਰ ਦੇ ਵਿੱਚ ਇਹ ਗੱਲ ਆਖੀ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅੰਮ੍ਰਿਤ ਛਕਾਇਆ ਸੀ, ਉਸ ਵੇਲੇ ਅੰਮ੍ਰਿਤ ਦੀ ਲੋੜ ਸੀ, ਕਿਉਂਕਿ ਮੁਗਲਾਂ ਦੇ ਨਾਲ ਜੰਗ ਹੁੰਦੀ ਸੀ। ਹੁਣ ਕਹਿੰਦੇ ਅੰਮ੍ਰਿਤ ਦੀ ਕੀ ਲੋੜ ਹੈ। ਉਹਨੇ ਇਹ ਕਟਾਸ਼ ਕੀਤਾ, ਹੁਣ ਅੰਮ੍ਰਿਤ ਦੀ ਕੀ ਲੋੜ ਹੈ। ਤੇ ਪਿਆਰੇ, ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਹੋਣਾ ਨੇ ਜਵਾਬ ਦਿੱਤਾ ਕਿ ਅਸੀਂ ਕਿਸੇ ਦੇ ਧਰਮ ਦੇ ਵਿੱਚ ਦਖਲ ਅੰਦਾਜ਼ ਨਹੀਂ ਕਰਦੇ। ਕੋਈ ਧੋਤੀ ਪਾਵੇ, ਕੋਈ ਜਨੇਊ ਪਾਵੇ, ਕੋਈ ਕੁਝ ਵੀ ਕਰੇ, ਅਸੀਂ ਦਖਲ ਅੰਦਾਜ਼ ਨਹੀਂ ਦਿੰਦੇ। ਤੇ ਇਹ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ ਦੇਣਾ ਬੰਦ ਕਰਨਾ। ਇਹ ਵੀ ਕਿਹਾ ਕਿ ਸਰਕਾਰ ਨੂੰ ਇਹਨਾਂ ਨੇ ਰੋਕਿਆ ਜਾਵੇ। ਪਿਆਰੇ, ਰੁਕਣ ਦੀ ਬਜਾਏ ਦੂਸਰੇ ਦਿਨ ਫਿਰ ਉਹਨਾਂ ਨੇ ਇਹੋ ਹੀ ਬਿਆਨ ਲਾਇਆ। ਤੀਸਰੇ ਦਿਨ ਜਦੋਂ ਫਿਰ ਸੰਤਾਂ ਨੇ ਉਸ ਦਾ ਜਵਾਬ ਦਿੱਤਾ, ਆਖਿਆ ਕਿ ਇਸ ਗੱਲ ਸਾਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਵਾਰ-ਵਾਰ ਸਾਨੂੰ ਇਹ ਗੱਲ ਕਹਿੰਦੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਸਾਨੂੰ ਪਹੁਲ ਦਿੱਤੀ, ਸਾਨੂੰ ਸਿੱਖੀ ਬਖਸ਼ੀ, ਤੇ ਨਾਲ ਧਰਮ ਦੇ ਆਪਣੇ ਵਿੱਚ ਰਹਿਣ ਵਾਸਤੇ, ਤੇ ਜੋ ਅਧਰਮੀ ਹੈ ਉਹਨਾਂ ਨੂੰ ਸਜ਼ਾਵਾਂ ਦੇਣ ਵਾਸਤੇ। ਭਾਵੇਂ ਕੋਈ ਵੀ ਹੋਵੇ, ਉਹਦੇ ਵਿੱਚ ਇਹ ਨਹੀਂ ਆ ਕਿ ਮੁਸਲਮਾਨਾਂ ਦੀ ਤੁਸੀਂ ਗੱਲ ਕਰਦੇ ਹੋ। ਫਿਰ ਉਹਨਾਂ ਨੇ ਆਪਣੇ ਪੇਪਰ ਦੇ ਵਿੱਚ ਇਹ ਬਿਆਨ ਛਾਪਿਆ ਕਿ ਜੇ ਤੁਸੀਂ ਅੰਮ੍ਰਿਤ ਛਕਣਾ ਜਾਂ ਕਿਰਪਾਨਾਂ ਪਾਉਣੀਆਂ ਤੇ ਤੁਸੀਂ ਪਾਕਿਸਤਾਨ ਚਲਿਆ ਜਾਓ। ਤੁਹਾਨੂੰ ਇੱਥੇ ਰਹਿਣ ਦਾ ਕੀ ਫਾਇਦਾ। ਕਹਿੰਦੇ ਉਧਰ ਚਲਿਆ ਜਾਓ। ਇੱਥੋਂ ਤੱਕ ਇਹਨਾਂ ਨੇ ਨਾਅਰਾ ਲਗਾਇਆ ਹੋਇਆ ਸੀ, ਕੰਗਾ ਕਸ਼ ਕੜਾ ਕਿਰਪਾਨ, ਇਹਨਾਂ ਨੂੰ ਭੇਜੋ ਪਾਕਿਸਤਾਨ। ਇਹੋ ਜਿਹੇ ਨਾਅਰੇ ਲਗਾਇਆ ਕਰਦੇ ਸਨ। ਜਿਸ ਵੇਲੇ ਪੱਤਰਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਛਪਦੀਆਂ ਸਨ, ਪੱਤਰਕਾਰ ਇਹੋ ਜਿਹੀਆਂ ਗੱਲਾਂ ਛਾਪਦੇ ਸਨ, ਐਡੀਟਰ ਜਿਨ੍ਹਾਂ ਦੇ ਪੱਤਰ ਛਪਦੇ ਸਨ। ਪਿਆਰੇ, ਫਿਰ ਮਹਾਂਪੁਰਸ਼ਾਂ ਨੇ ਇਹ ਗੱਲ ਆਖੀ ਕਿ ਕੋਈ ਨਾ ਕੋਈ ਸਿੰਘ ਉੱਠੇਗਾ ਜਿਹੜਾ ਕਹਿੰਦੇ ਇਸ ਨੂੰ ਆਪੇ ਸੋਧ ਦੇਵੇਗਾ, ਜੇ ਇਹ ਨਾ ਹਟਿਆ ਇਹੋ ਜਿਹੀਆਂ ਗੱਲਾਂ ਤੋਂ। ਤੇ ਪਿਆਰੇ, ਕੋਈ ਉਹ ਗੱਲ ਹੋਈ ਲੁਧਿਆਣੇ ਤੇ ਜਲੰਧਰ ਬਾਈਪਾਸ ਤੇ, ਉਹ ਜਿਹੜਾ ਪੱਤਰਕਾਰ ਸੀ ਉਸ ਦਾ ਗੋਲੀਆਂ ਮਾਰ ਕੇ ਉਸ ਨੂੰ ਉੱਥੇ ਹੀ ਖਤਮ ਕਰ ਦਿੱਤਾ। ਤੇ ਹੁਣ ਸਰਕਾਰ ਨੂੰ ਹੋਰ ਬਹਾਨਾ ਮਿਲ ਗਿਆ, ਕਹਿੰਦੇ ਸਿੱਖ ਅੱਤਵਾਦੀ ਨੇ, ਇਹ ਵੱਖਵਾਦੀ ਨੇ। ਕਹਿੰਦੇ ਵੇਖੋ, ਪੱਤਰਕਾਰ ਨੂੰ ਮਾਰ ਦਿੱਤਾ ਗਿਆ। ਤੇ ਜ਼ਿੰਮੇਵਾਰੀ ਸੰਤ ਜਰਨੈਲ ਸਿੰਘ ਹੋਣਾ ਨੇ ਜੀ ਇਹ ਕੰਮ ਕਰਵਾਇਆ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਮੋਗੇ ਦੇ ਵਿੱਚ ਪਿਆਰੇ ਇੱਕ ਬੜਾ ਗੁਰਸਿੱਖ ਪਰਿਵਾਰ, ਜਿਹੜੇ ਕਿ ਆਪਣੀ ਕਿਰਤ ਕਰਕੇ ਖਾਣ ਵਾਲੇ, ਉਹਨਾਂ ਨੂੰ ਘਰ ਦੇ ਵਿੱਚੋਂ ਚੁੱਕ ਕੇ ਦੋਨਾਂ ਹੀ ਪਿਓ ਪੁੱਤਰਾਂ ਨੂੰ ਇਤਨਾ ਟੌਰਚਰ ਕੀਤਾ ਕਿ ਗੱਲ ਕੀ ਕਹਿੰਦੇ ਸਨ ਕਿ ਤੁਸੀਂ ਇਹ ਗੱਲ ਆਖੋ ਕਿ ਉਹ ਪੱਤਰਕਾਰ ਦਾ ਅਸੀਂ ਕਤਲ ਕੀਤਾ ਹੈ, ਤੇ ਸਾਨੂੰ ਭੇਜਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਕਹਿੰਦੇ ਇਹ ਗੱਲ ਕਬੂਲ ਕਰੋ ਤੁਸੀਂ। ਉਹ ਕਹਿੰਦੇ ਅਸੀਂ ਇਹ ਕੁਝ ਕੀਤਾ ਹੀ ਕੋਈ ਨਹੀਂ, ਅਸੀਂ ਗਏ ਨਹੀਂ ਉੱਥੇ ਕੋਈ, ਇਹ ਕੰਮ ਜਦ ਅਸੀਂ ਕੀਤਾ ਹੀ ਕੋਈ ਨਹੀਂ, ਤੇ ਤੁਸੀਂ ਸਾਡੇ ਉੱਤੇ ਇਹ ਦੋਸ਼ ਕਿਉਂ ਮੜ ਰਹੇ ਹੋ। ਸਾਨੂੰ ਵਾਰ-ਵਾਰ ਤੁਸੀਂ ਇਹ ਗੱਲ ਕਿਉਂ ਆਖ ਰਹੇ ਹੋ ਕਿ ਅਸੀਂ ਕਤਲ ਕੀਤਾ।
पर कहते वो प्यारी थानेदार इन्ना तशद्दद ढा रहा सी, इन्ना तशद्दद ढा रहा, कहता जितनी देर तुसी ये गल मंजूर नहीं करते, ये गल की हामी नहीं भरते कि सानू संत जरनैल सिंह हुणां ने भेजिया ते कतल असीं कीता है, उतनी देर तक तुहानू छड्डना कोई नहीं, तुहानू खत्म कर दिता जावेगा। धमकियां दित्तियां, फिर भी कीता प्यारी। उन्हां दे घर दे विचों प्यारी उस सिख दी बच्ची नूं चुक के लिआंदा, बच्ची नूं चुक के लिआंदा, इतने घिनौने काम, बच्ची नूं घर दे विचों चुक के लै आंदा ते नगन कीता गया। उसके प्यो नूं ये गल आखी कि इस दे वल वेख, भरा नूं आख्या कि इस दे वल वेख, करंट लगाए जा रहे सन, उन्होंने करंट लगाए जा रहे सन, बिजली के झटके दिते जा रहे सन, कहते तुहानू खत्म किया जावेगा, अपनी बच्ची वल वेखो। फिर बच्ची ने प्यारो ये गल आखी, पिता जी मैं तुहाडे घर दे विच ही जंबी पड़ी, तुसां ने मैनू पालिया, तुसी मल मूत्र भी मेरा साफ करदे, तुहाडी बच्ची च वेख लोगे ते की फर्क पैण लगा। पर उन्होंने प्यारो बिल्कुल तां तक नहीं तकिया, शहीद कर दिता गया। उन्होंने भी शहीद कर दिता गया जिन्हां दा कोई कसूर नहीं सी, बिल्कुल कोई कसूर ना होने दे नाते प्यारे उन्होंने शहीद कर दिता गया। तो इस गल का जो पता संत जरनैल सिंह जी नूं लगा तो उन्होंने फिर उस वेले ये गल आखी, कहते कोई सिख जावे, कोई सिख जावे, कहते जिहड़ा सूरज छपण तो पहला पहला इस गल का बदला लवे, उसका सिर वढ़ के लिया दे। जिस थानेदार ने कहते ये काम किया, इतना घिनौना काम किया है, उसका कहते सिर वढ़ के लिया, उसका सिर वढ़ के लिया। उही गल प्यारो उस थानेदार भी प्यारो करनी का फल सकाया, फल चखाया। पर ये तो इन्होंने विਉਂਤਬੰਦੀ ਦੇ ਨਾਲ सारा कुछ किया होया सी। सरकार तो प्यारो पहला ही प्लान बनाई बैठी सी। ये जो आर्मी दे विच बहुत सारे सिंह रहे ने, वो दसदे सन कि 65 तो लैके 71 दे विच ही कहते चकराता सिमले दे विच पहाड़ियां दे विच उन्होंने एक बनाया हुई सी ऐसी जगह कि जिथे सचखंड श्री हरमंदिर साहिब का मॉडल बना के उत्थे पूरी प्रैक्टिस की गई। आर्मी नूं पूरी प्रैक्टिस करवाई गई सी कि इस तरीके दे नाल तुसी सचखंड श्री हरमंदिर साहिब के अंदर वड़ना तो इस तरीके दे नाल तुसी उत्थे जाके अटैक करना। पहलों ही प्लान बनाया होया। कई लोग ये गल कहते हैं कि सिखां नूं उत्थे मोर्चा नहीं सी लाना चाहिए, संत जरनैल सिंह जी होणां नूं उत्थे मोर्चा नहीं सी लाना चाहिए। प्यारे ये तो प्लान बनाया होया सी पहलों ही कि अटैक तो करना ही करना, ये तो कोई ना कोई मनसूबा ही लगते सन कि कोई सानू मनसूबा मिले तो फिर असी कहते हरमंदिर साहिब से अटैक करिए। जसूस प्यारे उत्थे भेजे हुए सन जिहड़े हर वेले की गल सचखंड श्री हरमंदिर साहिब से जो भी गल होंदी सी एक मिनट मिनट की गल कहती इंदिरा गांधी तक पहुँचाते सन, ऊपर तक पहुँचाते सन। इथों तक कि 3 जसूस जिहड़े कि अंदर लंगर दे विच सेवा भी करते सन, लंगर दे विच सेवा भी करते सन ते महापुरुषों के कोल आए, संत बाबा जरनैल सिंह होणां दे कोल आए। वेखो निमरता भी उन्हां दी कितनी है। उन्होंने आके कहते कि गुरु ग्रंथ साहिब की बाणी दे विचों इतिहास दे विचों सानू कोई ऐसी कथा सुनाओ जिस दे विच मरण की गल ना हो। कहते बैठ जाओ, बैठ जाओ, जे तुसीं इहो जी गल सुननी आ तो बैठ जाओ। कहते बैठे नहीं ते पहले कहते गुरु नानक साहिब की कोई साखी सुना दिओ, कोई गल सुना दिओ, कोई बाणी दे विचों गल सुना दिओ। कहते ठीक है, बाणी दे विचों ही तुहानू गल सुनावांगे। प्यारो शब्द है, सीस वडे घर वैसन दीजै, विण सिर सेव करीजै, क्यों ना मरी जै, जीअड़ा ना दीजै, जासू भया वडाणा। कहते ये नहीं, ये विच ते मरण मारन की गल है। कहते कोई होर कथा सुनाओ, धन गुरु अंगद देव महाराज जी की कोई कथा सुना दिओ, धन गुरु अंगद देव महाराज जी की कोई कथा सुना दिओ। प्यारे सलो जिस वे सरवण कराया
जिस प्यारे सो लेहु तिस आगे मर चलिए त्रिग जीवन संसार तांके पाशे जीवना। कहते ਇਹਦੇ ਵਿੱਚ ਵੀ ਮਰਨ ਵਾਲੀ ਗੱਲ ਹੈ, ਇਹਦੇ ਵਿੱਚ ਵੀ ਮਰਨ ਵਾਲੀ ਗੱਲ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਬਜ਼ੁਰਗ ਬਾਬਾ ਸਨ, ਉਹਨਾਂ ਦੀ ਕੋਈ ਗੱਲ ਸੁਣਾ ਦਿਓ, ਉਹਨਾਂ ਦੀ ਕੋਈ ਗੱਲ ਸੁਣਾ ਦਿਓ। ਤੇ ਜਿਸ ਵੇਲੇ ਸ਼ਬਦ ਸਰਵਣ ਕਰਾਇਆ, ਕਿਆ ਜਾਣਾ ਕਿਉਂ ਮਰੇਗੇ ਕੈਸਾ ਮਰਣਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਣਾ ਹੋਏ। ਮਰਣੇ ਤੇ ਜਗਤ ਡਰੈ ਜੀਵਿਆਂ ਲੋੜੈ ਸਭ ਕੋਈ, ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਣੀ ਜੋ ਮਰੇ ਤਾਂ ਸਦ ਜੀਵਨ ਹੋਏ। ਕਹਿੰਦੇ ਇਹਦੇ ਵਿੱਚ ਵੀ ਮਰਨ ਦੀ ਗੱਲ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਕੋਈ ਸ਼ਬਦ ਸੁਣਾਓ। ਉਹਨਾਂ ਤੇ ਕਹਿੰਦੇ ਤਤੀਆਂ ਲੋਹਾਂ ਤੇ ਬੈਠ ਕੇ ਆਪਣੀ ਸ਼ਹੀਦੀ ਦਿੱਤੀ ਸੀ। ਉਹਨਾਂ ਦੀ ਕੋਈ ਐਸੀ ਗੱਲ ਸੁਣਾਓ ਜਿਸ ਦੇ ਵਿੱਚ ਉਪਦੇਸ਼ ਕਹਿੰਦੇ ਸਾਨੂੰ ਐਸਾ ਹੋਵੇ ਕਿ ਮਰਨ ਦੀ ਗੱਲ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਿਆਰੇ ਜੀ ਦੇ ਸ਼ਬਦ ਸਰਵਣ ਕਰਾਇਆ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਸ ਵੇਲੇ ਸ਼ਹਾਦਤ ਵਾਸਤੇ ਗਏ ਨੇ, ਉਹਨਾਂ ਨੇ ਉਸ ਵੇਲੇ ਸ਼ਬਦ ਇਹ ਉਚਾਰਨ ਕੀਤਾ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੇ ਆਪ ਜਲਾਈ, ਪੱਖਾ ਫੇਰੇ ਪਾਣੀ ਢੋਵਾ ਜੋ ਦੇਵੈ ਸੋ ਖਾਈ। ਜੋ ਦੇਵੇ ਸੋ ਖਾਈ। ਕਹਿੰਦੇ ਮੈਂ ਕੋਈ ਕਹਿੰਦੇ ਇਹਦੇ ਵਿੱਚ ਵੀ ਮਰਨ ਦੀ ਗੱਲ ਹੈ। ਕੋਈ ਕਹਿੰਦੇ ਭਗਤਾਂ ਦੀ ਗੱਲ ਸੁਣਾ ਦਿਓ, ਕੋਈ ਭਗਤਾਂ ਦੀ ਗੱਲ ਸੁਣਾ ਦਿਓ ਜਿਹਦੇ ਵਿੱਚ ਕਹਿੰਦੇ ਉਪਦੇਸ਼ ਹੋਵੇ ਸਾਡੇ ਵਾਸਤੇ। ਕਹਿੰਦੇ ਤੁਹਾਡੇ ਵਾਸਤੇ ਉਪਦੇਸ਼ ਭਗਤ ਕਬੀਰ ਜੀਆਂ ਦਾ ਤੁਹਾਨੂੰ ਸ਼ਬਦ ਸੁਣਾ ਦਈਏ, ਭਗਤ ਕਬੀਰ ਜੀ ਦਾ ਸ਼ਬਦ ਸਰਵਣ ਕਰੋ। ਉਸ ਦੇ ਵਿੱਚ ਕਹਿੰਦੇ ਭਗਤ ਕਬੀਰ ਜੀ ਦਾ ਜਦੋਂ ਸ਼ਬਦ ਸੁਣਿਆ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, खेत जो माड्यो सूरमा अब जोजन को दाओ, सूरा सो पहचानिए जो लड़े तीन के हेत, पुरजा पुरजा कट मरे कबहू न छाड़े खेत। कहते ਇਹਦੇ ਵਿੱਚ ਵੀ ਮਰਨ ਦੀ ਗੱਲ ਹੈ। ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਦੇ ਵਿੱਚ ਮਰਨ ਦੀ ਗੱਲ ਹੈ। ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ, ਉਹ ਸਬਨ ਕੀ ਰੀਣ ਕਾ ਤੋ ਆਓ हमारे पास। इत्थे ते पहला मरना है, पहला मरण कबूल, पहलो मरना कबूल करना पवेगा, शीश सतगुरु दे अर्पण करना पवेगा। सतगुर आगे शीश भेट देओ, जे सतगुर साची भावै आपे दया करो प्रभ दाते, नानक अंक समावै। जिस वेले ये गल्लां सुन करके कहण लगे, गुरु ग्रंथ साहिब महाराज जी दे सारे दे विच तुहाडी गुरु साहिबानां दी बाणी भी, भगतां दी बाणी भी, इत्थे ते सारे मरण की गल कीती जाती है। पहला मरण की गल है। ते उस वेले महापुरुषां ने आखिया कि सानू पता तुसीं जिस काम वास्ते आए हो, कहते सानू पता तुसीं जिस काम वास्ते आए हो, कहते जे तुहानू पता लग ही गया कि असीं आए हाँ जसूसी करन वास्ते। असीं इत्थों की गल कहते हर वेले पहुँचाउंदे हाँ इंद्रां तक, जो भी इत्थे गल होती है सारी गल असीं उपर तक पहुँचाउंदे हां। फिर महापुरुषां ने ये गल आखी, प्यारे ने बंदगी वालियां रूहां ने उन्हां नूं पछाणना बड़ा औखा हुंदा। उन्हां ने ये गल आखी, तुसीं कहंदे हो असीं 3 जाणे आ, 4 जाणे तुहाडे नाल होर भी आ, 4 जाणे तुहाडे नाल होर भी है, तुसीं 7 जाणे हो जिहड़े इत्थे मुखबरी कर रहे हो, 7 जाणे हो ਜਿਹੜੇ ਮੁਖਬਰੀ ਕਰ ਰਹੇ। ਪਿਆਰੇ ਪੱਤਰਕਾਰਾਂ ਨੇ ਸਵਾਲ ਕੀਤਾ ਸੰਤ ਬਾਬਾ ਜਰਨੈਲ ਸਿੰਘ ਜੀ ਹੋਣਾ, ਆਖਣ ਲੱਗੇ ਹਾਲਾਤ ਤੇ ਕਹਿੰਦੇ ਐਸੇ ਬੜੇ ਹੋਏ, ਹਾਲਾਤ ਕਹਿੰਦੇ ਐਸੇ ਬਣੇ ਨੇ, ਗੋਲੀਬਾਰੀ ਚੱਲ ਰਹੀ ਹੈ, ਪਤਾ ਨਹੀਂ ਤੁਹਾਡੀ ਸ਼ਹੀਦੀ ਵੀ ਹੋ ਸਕਦੀ ਹੈ ਕਿ ਤੁਹਾਡੇ ਪਿੱਛੋਂ ਕਹਿੰਦੇ ਕੌਣ ਰਹਿਨੁਮਾਈ ਕਰੇਗਾ ਦਮਦਮੀ ਟਕਸਾਲ। ਕਹਿੰਦੇ ਸਾਡੇ ਵਿੱਚ ਚੋਣਾਂ ਨਹੀਂ ਹੁੰਦੀਆਂ, ਸਾਡੇ ਵਿੱਚ ਚੋਣ ਨਹੀਂ ਹੁੰਦੀ, ਜਿਹੜਾ ਜੋਗ ਹੁੰਦਾ ਉਸੇ ਨੂੰ ਆਪੇ ਹੀ ਚੁਣ ਲਿਆ ਜਾਂਦਾ ਹੈ, ਉਸੇ ਨੂੰ ਆਪੇ ਹੀ ਚੁਣ ਲਿਆ ਜਾਂਦਾ ਹੈ। ਇਹ ਪੱਤਰਕਾਰਾਂ ਨੇ ਪਿਆਰੇ ਸਵਾਲ ਸਨ, ਕੋਈ ਨਾ ਕੋਈ ਬਹਾਨਾ ਅਸਲ ਦੇ ਵਿੱਚ ਭਾਲਦੇ ਰਹਿੰਦੇ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਪਰ ਉਹ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਏ। ਪਿਆਰੇ ਉਹ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਏ। ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ। ਪਹਿਲੀ ਜ਼ੋਨ ਤੋਂ ਲੈ ਕੇ ਪਿਆਰੇ, ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ
लगातार देखो कितना खून खराबा किया, कितनियां जानां लईआं। प्यारो, जे किधरे उन्होंने मन के विच ये गल होंदी कि सचखंड श्री हरिमंदिर साहिब ते अटैक नहीं करना, तो फिर वो किसी भी तरीके दे नाल सबर दे नाल संत हरनैल सिंह हुणां वास्ते कहंदे सन पढ़ सकते सन, क्यों नहीं सी पढ़ सकते। पर उन्होंने ये मनसूबा बनाया हुआ सी कि सचखंड श्री हरिमंदिर साहिब ते अटैक करना ही करना है, ये करना ही करना है। कि ये सिखां नूं दबाउण वाली गल सी कि सिखां नूं इस तरीके दे नाल दबाया जाए कि इन्हां दे अंदर डर सहम पाया जाए। प्यार पर सतगुरु का खालसा धन गुरु गोबिंद सिंह महाराज जी ने जी बख्शिश की है ना, रहमत की देख के केस ते कहा दशमेश जी ने सिंगो बख्शियां अज सरदारियां ने, कंघा फेर दे समय आजाद रखना, कदे चलनिया सीस ते आ रही ने, ना कहूँ अब की ना कहूँ कब की, अगर ना होते गुरु गोबिंद सिंह तो सुन्नत होती सब की। सारियां दियां सुनता हो गई सी जे धन गुरु कलगीधर महाराज प्यारिओ धन गुरु तेग बहादुर महाराज जी ना भेजते ते इन्हां जरवाणियां नूं सबक ना सिखाउंदे। सचखंड श्री हरिमंदिर साहिब दे विच प्यारिओ जदों इन्हां ने अटैक कीता ते उस वेले दी एक बड़ी अहम गल है जिहड़ी कि बहुत कई बारी ध्यान गुजरी घट आउंदी है। एक परिवार पूरा ही प्यारा, एक परिवार पूरा ही जिन्हां दा नाम भाई मोहर सिंह खालसा ते बीबी प्रीतम कौर खालसा, शायद आप फेसबुक ते भी लिखिया होगा। भाई मोहर सिंह खालसा ते बीबी प्रीतम कौर खालसा दो छोटियां छोटियां उन्हां दियां बच्चियां, जिन्हां दा नाम एक दा नाम वाहिगुरू कौर खालसा, एक दा नाम सतनाम कौर खालसा। ते प्यारिओ इन्हां ने की कीता, जदों टैंक अंदर आए, जदों टैंक अंदर आए ने, इन्हां ने अपने नाल बंब बन लए, निक्कियां निक्कियां बच्चियां, नाम किड्डे सुंदर ने प्यारिओ, वाहिगुरू कौर खालसा, सतनाम कौर खालसा, सतनाम कौर खालसा, वाहिगुरू कौर खालसा। इन्हां बच्चियां दे नाल बंब ते नाल ही उन्हां दे पिता मोहर सिंह, बीबी प्रीतम कौर खालसा। प्यारो, इन्हां ने अगे पै गए ने टैंकां दे चीथड़े उड़ा दिते, टैंकां दे चीथड़े उड़ा दिते। इहो जी जरनैल प्यारिओ अंदर बैठे सन। डर इन्हां नूं की मारदा सी कि जनरल सवेग सिंह वर्गे, जनरल सवेग सिंह वर्गे प्यारिओ जिन्हां ने ਬੰਗਲਾਦੇਸ਼ ਦੇ ਵਿੱਚ 21,000 ਸਿਪਾਹੀਆਂ ਨੂੰ ਕਹਿੰਦੇ ਕੈਦ ਕਰ ਲਿਆ ਸੀ। ਇਹੋ ਜਿਹੇ ਜਰਨੈਲ ਬੈਠੇ ਸਨ, ਇਹਨਾਂ ਦਾ ਡਰ ਵੀ ਇਹਨਾਂ ਦੇ ਮਨ ਦੇ ਉੱਤੇ ਬਹੁਤ ਸੀ ਪਿਆਰੇ। ਪਰ ਇਹਨਾਂ ਦੇ ਮਨਸੂਬੇ ਜੋ ਇਹਨਾਂ ਬਣਾਏ ਸਨ, ਭਾਵੇਂ ਇਹਨਾਂ ਨੇ ਬਹੁਤ ਸਾਰਾ ਨੁਕਸਾਨ ਕੀਤਾ, ਪਰ ਜ਼ਿਕਰ ਆਉਂਦਾ ਪਿਆਰੂ ਅੱਜ ਲਿਖਤਾਂ ਮਿਲਦੀਆਂ ਨੇ ਕਿ 4,000 ਦੇ ਕਰੀਬ ਫੌਜ ਆਰਮੀ ਜਿਹੜੀ ਸੀ ਅੰਦਰ ਮਾਰੀ ਗਈ ਸੀ। ये तो दसते सन कि 400 कहते जवान उत्थे मारिया गया, पर 4,000 के करीब कहते जिहड़े फौजी जवान जिहड़े कमांडो उतरते सन, उन्होंने उतरदे समेट लिया जाता सी प्यारे, उत्थे ही खत्म कर दिता जाता सी। पता नहीं कितनी को आर्मी मारी, पर इन्होंने जुल्म बहुत ढाया प्यारू। भगत पूरन सिंह जी, भगत पूरन सिंह जी ਜਿਹੜੇ कि एक हिंदू परिवार के विचों सिख सज्जे सन, ये उन्होंने सारा अखी डिठा हाल वेख्या। अखी डिठा जिस वे हाल वेख्या, कमरे के विच बैठिया होया उन्होंने एक वाकया वेख्या प्यारिओ। जदों हरमंदिर साहिब के सरोवर के विच सारे सिखां के शरीर ही सन प्यारिओ, जिहड़े शहीदियां दा जाम पी गए सन। सारा सचखंड श्री हरिमंदिर साहिब का जो सरोवर से उसका जल लाल होया पिया सी, खून दे नाल रंगिया होया सी। परिक्रमा दे विच खून ही खून सी, कोई ऐसी जगह नहीं। गोलियां दे निशान तुसीं उन्हां दिनां दे विच आप ही वेखे होणगे प्यारे, कितनियां को गोलियां लगियां। श्री अकाल तख्त साहिब की प्यारे सीधे गोले दागे गए, सीधे गोले दागे गए, उड़ाया गया अकाल तख्त नूं। जिन्हां ने उस वेले वेख्या प्यारो, अज भी बहुत सारिया फोटोआं
ਅਸੀਂ ਵੇਖਦੇ ਹਾਂ ਫੇਸਬੁੱਕ ਤੇ WhatsApp ਤੇ ਜਿਹੜੀਆਂ ਪਾਈਆਂ ਜਾਂਦੀਆਂ ਨੇ ਬਾਹਰਲੀਆਂ ਕੰਟਰੀਆਂ ਵਾਲਿਆਂ ਨੇ ਤੇ ਪਿਆਰਿਓ ਉਸ ਵੇਲੇ ਦੀਆਂ ਫਿਲਮਾਂ ਵੀ ਬਣਾਈਆਂ ਹੋਈਆਂ ਨੇ। ਭਗਤ ਪੂਰਨ ਸਿੰਘ ਨੇ ਜਿਸ ਵੇਲੇ ਇਹ ਵਾਕਿਆ ਪਿਆਰਿਓ ਵੇਖਿਆ ਕਿ ਇੱਕ ਮਾਂ ਬਜ਼ੁਰਗ ਜਿਸ ਦਾ ਪੋਤਰਾ ਇੱਕ ਪਿਆਰਿਓ ਉਹ ਕਹਿ ਰਿਹਾ ਇਹ ਗੱਲ ਗੁਰੂ ਰਾਮਦਾਸ ਰਾਮ ਵਾਲੇ ਪਾਸੇ, ਮਾਂ ਦਾਦੀ ਮਾਂ ਮੈਂ ਪਾਣੀ ਦੀ ਪਿਆਸ ਮੈਨੂੰ ਲੱਗੀ ਹੈ, ਮੈਨੂੰ ਪਾਣੀ ਪੀਣ ਵਾਸਤੇ ਦੇ। ਦਾਦੀ ਮਾਂ ਮੈਨੂੰ ਪਾਣੀ ਪੀਣ ਵਾਸਤੇ ਦੇ। 3-4 ਸਾਲ ਦਾ ਬੱਚਾ ਪਿਆ, 3-4 ਸਾਲ ਦਾ ਬੱਚਾ ਉਹ ਕਹਿ ਰਿਹਾ ਦਾਦੀ ਮਾਂ ਮੈਨੂੰ ਪਿਆਸ ਲੱਗੀ ਹੈ, ਮੈਨੂੰ ਪਾਣੀ ਪੀਣ ਵਾਸਤੇ ਦੇ। ਇਹ ਦਾਦੀ ਮਾਂ ਭੱਜੀ ਗਈ ਹੈ, ਕਹਿੰਦੀ ਸਰੋਵਰ ਦੇ ਵਿੱਚੋਂ ਮੈਂ ਭੁੱਖ ਭਰ ਕੇ ਲੈ ਆਵਾਂਗੀ ਤੇ ਆਪਣੇ ਪੋਤਰੇ ਦੇ ਮੂੰਹ ਦੇ ਵਿੱਚ ਜਲ ਪਾਵਾਂਗੀ। ਜਿਸ ਵੇਲੇ ਪਿਆਰਿਓ ਸਰੋਵਰ ਤੇ ਜਾਂਦੀ ਹੈ ਤੇ ਕੀ ਵੇਖਦੀ ਹੈ? ਸਾਰਾ ਖੂਨ ਹੀ ਖੂਨ ਦਿਖਾਈ ਦੇ ਰਿਹਾ। ਸਰੋਵਰ ਦਾ ਜਲ ਜਿੱਥੋਂ ਜਾ ਕੇ ਸੰਗਤਾਂ ਪਿਆਰਿਓ ਅੰਮ੍ਰਿਤ ਦਾ ਚੂੜਾ ਲਿਆ ਕਰਦੀਆਂ ਸਨ, ਬਖਸ਼ਿਸ਼ਾਂ ਕੀਤੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ। ਅੰਮ੍ਰਿਤ ਸਰ ਸਤਿਗੁਰ ਸਤਿਵਾਦੇ ਜਿਤ ਨਾਤੈ ਕਊਆ ਹੰਸ ਹੋਵੇ। ਜਿੱਥੇ ਪਿਆਰਿਓ ਕਾਂ ਵੀ ਹੰਸ ਬਣ ਕੇ ਬਾਹਰ ਨਿਕਲਦੇ। ਇਸ ਜ਼ਾਲਮਾਂ ਨੇ ਵੇਖੋ ਕੀ ਕੀਤਾ, ਉੱਥੇ ਇਤਨਾ ਕੁ ਕਹਿਰ ਢਾਇਆ, ਇਤਨੀਆਂ ਕੁ ਸਿੱਖ ਵੀਰਾਂ ਦੀਆਂ ਲਾਸ਼ਾਂ ਪਿਆਰਿਓ ਸਰੋਵਰ ਦੇ ਵਿੱਚ ਤਰ ਰਹੀਆਂ ਤੇ ਪਾਣੀ ਸਾਰਾ ਰੰਗ ਲਾਲ ਹੋਇਆ, ਸਾਰਾ ਰੰਗ ਲਾਲ ਹੋਇਆ ਪਿਆ, ਖੂਨ ਹੀ ਖੂਨ ਦਿਖਾਈ ਦੇ ਰਿਹਾ। ਜਿਸ ਵੇਲੇ ਉਸ ਬਜ਼ੁਰਗ ਮਾਤਾ ਨੇ ਇਹ ਗੱਲ ਵੇਖੀ ਹੈ ਕਿ ਮੈਂ ਮੈਂ ਆਪਣੇ ਬੱਚਿਆਂ ਦਾ ਖੂਨ, ਆਪਣੇ ਵੀਰਾਂ ਦਾ ਖੂਨ, ਆਪਣੀਆਂ ਭੈਣਾਂ ਦਾ ਖੂਨ ਇਹਦੇ ਵਿੱਚ ਡੁੱਲਿਆ ਹੋਇਆ ਸਰੋਵਰ ਦੇ ਵਿੱਚ, ਇਹ ਜਲ ਮੈਂ ਛਕਾਵਾਂਗੀ। ਭੱਜੀ ਫੇਰ ਵਾਪਸ ਆਈ ਪਿਆਰਿਓ, ਭੱਜੀ ਵਾਪਸ ਆਈ ਤੇ ਆ ਕਰਕੇ CRPF ਵਾਲੇ ਬਾਹਰ ਲੱਗੇ ਹੋਏ ਸਨ, ਉਹਨਾਂ ਨੂੰ ਤਰਲਾ ਲਿਆ। ਇਹ ਗੱਲ ਆਖੀ ਬੇਟਾ ਤੁਹਾਡੇ ਵੀ ਤੇ ਘਰਾਂ ਦੇ ਵਿੱਚ ਬੱਚੇ ਹੋਣਗੇ ਨਿੱਕੇ ਨਿੱਕੇ, ਤੁਹਾਡੇ ਘਰਾਂ ਦੇ ਵਿੱਚ ਵੀ ਤੇ ਨਿੱਕੇ ਨਿੱਕੇ ਬੱਚੇ ਹੋਣਗੇ ਤੇ ਕਹਿੰਦੇ ਆ ਥੋੜਾ ਜਿਹਾ ਪਾਣੀ ਇਹਨਾਂ ਨੂੰ ਪੀਣ ਵਾਸਤੇ ਦੇ ਦਿਓ, ਆ ਥੋੜਾ ਜਿਹਾ ਪਾਣੀ ਇਹਨਾਂ ਨੂੰ ਪੀਣ ਵਾਸਤੇ ਦੇ ਦਿਓ। ਤੇ CRPF ਵਾਲੇ ਪਿਆਰਿਓ ਹਿੰਦੀ ਜਿਹੜੇ ਬੋਲਦੇ ਸਨ, ਹਿੰਦੁਸਤਾਨ ਦੇ ਵਸਨੀਕ, ਜਿਸ ਹਿੰਦੁਸਤਾਨ ਵਾਸਤੇ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੀ ਆਹੂਤੀ ਦਿੱਤੀ ਪਿਆਰਿਓ। ਤਿਲਕ ਜੰਝ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਨੇ ਸਾਕਾ। ਸਾਤਨ ਹੇਤ ਇਹ ਤੇਜਨ ਕਰੇ ਸੀਸ ਦਿਆ ਪਰ ਸੀਸ ਨਾ ਉਤਰੀ। ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੇ ਆਵਤ ਲਾਜਾ। ਠੀਕਰ ਫੌਲ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ। ਹੈ ਸਭ ਜਗ ਪਇਓ ਜੈ ਸਿਰ ਲੋਕ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਪਿਆਰਿਓ ਆਪਣਾ ਬਲੀਦਾਨ ਦਿੱਤਾ ਤੇ ਆਪਣਾ ਖੂਨ ਵਹਾਇਆ। ਅੱਜ ਵੀ ਕਈ ਹਿੰਦੂ ਵੀਰ ਜਿਹੜੇ ਯਾਦ ਰੱਖਦੇ ਨੇ, ਉਹਨਾਂ ਨੇ ਇਹ ਗੱਲ ਆਖੀ, ਕਹਿੰਦੇ ਸਾਨੂੰ ਯਾਦ ਹੈ ਕਿ ਇਹ ਜਿਹੜਾ ਸਾਡੇ ਤਿਲਕ ਲੱਗਾ ਹੋਇਆ ਨਾ, ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਖੂਨ ਹੈ। ਤੇ ਜਿਹੜਾ ਅਸੀਂ ਜਨੇਊ ਪਾਉਂਦੇ ਹਾਂ, ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਆਂਦਰਾਂ ਨੇ ਪਿਆਰਿਓ, ਜਿਨ੍ਹਾਂ ਨੂੰ ਯਾਦ ਹੈ। ਪਰ ਉਸ ਵੇਲੇ CRPF ਦੇ ਜਵਾਨਾਂ ਨੂੰ ਜਿਸ ਵੇਲੇ ਮਾਂ ਨੇ ਆਖਿਆ ਬੇਟਾ ਆ ਛੋਟਾ ਜਿਹਾ ਬੱਚਾ ਮੇਰਾ ਪੁੱਤਰਾ, ਇਸ ਦੇ ਵਾਸਤੇ ਪਾਣੀ ਪੀਣ ਵਾਸਤੇ 2 ਘੁੱਟਾਂ ਲਿਆ ਜਾ। ਕਹਿੰਦੇ ਬੁੱਢੜੀਏ ਜਿਹੜੇ ਲਫ਼ਜ਼ ਉਹਨਾਂ ਨੇ ਵਰਤੇ, ਕਹਿੰਦੇ ਤੇਰੇ ਪੁੱਤਰੇ ਨੂੰ ਕਹਿੰਦੇ ਅਸੀਂ ਪਾਣੀ ਪਿਆਈਏ, ਹਿੰਦੀ ਵਿੱਚ ਕਹਿ ਗਏ ਸਨ। ਕਹਿੰਦੇ ਇਸ ਤੇਰੇ ਪੋਤਰੇ ਨੂੰ ਅਸੀਂ ਪਾਣੀ ਪਿਆਈਏ, ਕਹਿੰਦੇ ਲਿਆ ਇੱਧਰ। ਇਸ ਨੂੰ ਕਹਿੰਦੇ ਪਾਣੀ ਅਸੀਂ ਪਿਆਉਂਦੇ ਹਾਂ, ਇਸ ਨੂੰ ਪਾਣੀ ਅਸੀਂ ਦਿੰਦੇ ਹਾਂ। ਪਿਆਰਿਓ CRPF ਵਾਲਿਆਂ ਨੇ ਬੱਚੇ ਨੂੰ ਲੱਤਾਂ ਤੋਂ ਫੜਿਆ ਤੇ ਚੁੱਕ ਕੇ ਥੱਲੇ ਫਰਸ਼ ਤੇ ਸਿਰ ਮਾਰਿਆ। ਪਿਆਰਿਓ ਕਿਤਨੀ ਕਿ ਜ਼ੁਲਮ ਦੀ ਇੰਤਹਾ ਕੀਤੀ, ਕਿੰਨੀ ਕੁ ਜ਼ੁਲਮ ਦੀ ਇੰਤਹਾ ਕੀਤੀ। ਲੱਤਾਂ ਤੋਂ ਫੜ ਕੇ ਛੋਟੇ ਜਿਹੇ ਬੱਚੇ ਨੂੰ ਸਿਰ ਮਾਰਿਆ ਥੱਲੇ। ਪਿਆਰਿਓ ਜਿਵੇਂ ਖਖੜੀ ਟੁੱਟ ਜਾਂਦੀ ਹੈ, ਸਿਰ ਫਟ ਕੇ ਪਿਆਰਿਓ ਬੱਚੇ ਨਿੱਕੇ ਜਿਹੇ ਦਾ ਉਸੇ ਵੇਲੇ
ਸਵਾਸ ਤਿਆਗ ਗਿਆ, ਸਵਾਸ ਤਿਆਗ ਗਿਆ, ਸ਼ਹੀਦੀ ਦਾ ਜਾਮ ਪੀ ਗਿਆ। ਆਪਾਂ ਇਹੋ ਕਹਿੰਦੇ ਹਾਂ ਕਿ ਉਹ ਨਿੱਕੀ ਜੀ 3 ਸਾਲ ਦੀ ਉਮਰਾਂ ਦਾ ਸ਼ਹੀਦੀ ਪ੍ਰਾਪਤ ਕਰ ਗਿਆ ਪਿਆਰੇ। ਜਿਨ੍ਹਾਂ ਦੇ ਕਰਮਾਂ ਦੇ ਵਿੱਚ ਲਿਖੀ ਹੁੰਦੀ ਹੈ ਪਿਆਰੇ, ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਨੇ, ਦੂਸਰਾ ਸ਼ਹੀਦੀ ਵੀ ਪ੍ਰਾਪਤ ਨਹੀਂ ਕਰ ਸਕਦਾ ਪਿਆਰੇ। ਇਹ ਤੇ ਜਿਸ ਦੀ ਕਰਮਾਂ ਦੇ ਵਿੱਚ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਉਹ ਬੱਚਾ ਕਬੂਲ ਪੈ ਗਿਆ, ਆਪਣਾ ਸ਼ਹੀਦੀ ਦਾ ਜਾਮ ਪੀ ਗਿਆ। ਭਗਤ ਪੂਰਨ ਸਿੰਘ ਇਹ ਗੱਲ ਸਾਰੀ ਵੇਖ ਰਿਹਾ ਸੀ। ਜਿਸ ਵੇਲੇ ਇਹ ਗੱਲ ਵੇਖੀ, ਉਹਨਾਂ ਨੂੰ ਪਿਆਰੂ ਅਵਾਰਡ ਦਿੱਤਾ ਹੋਇਆ ਸੀ ਹਿੰਦੁਸਤਾਨ ਦੀ ਗੌਰਮੈਂਟ। ਅੱਜ ਜਿਹੜਾ ਪਦਮ ਸ੍ਰੀ ਅਵਾਰਡ ਵਾਸਤੇ ਸਾਡੇ ਕਈ ਸਿੱਖ ਬੜਾ ਮਾਣ ਮਹਿਸੂਸ ਕਰਦੇ ਨੇ, ਸਾਨੂੰ ਪਦਮ ਸ੍ਰੀ ਅਵਾਰਡ ਮਿਲਿਆ। ਲਾਹਨਤ ਹੈ ਉਹਨਾਂ ਨੂੰ ਵੀ, ਲਾਹਨਤ ਹੈ ਉਹਨਾਂ ਨੂੰ ਵੀ ਜਿਹੜੇ ਪਦਮ ਸ੍ਰੀ ਅਵਾਰਡ ਲੈ ਕੇ ਧਾਰਮਿਕ ਹੋ ਕੇ ਇਹ ਗੱਲ ਕਹਿੰਦੇ ਨੇ ਸਾਨੂੰ ਪਦਮ ਸ੍ਰੀ ਅਵਾਰਡ ਮਿਲਿਆ, ਹਿੰਦੁਸਤਾਨ ਦੀ ਗੌਰਮੈਂਟ ਨੇ ਦਿੱਤਾ। ਕਹਿੰਦੇ ਕਾਹਦਾ ਅਵਾਰਡ? ਭਗਤ ਪੂਰਨ ਸਿੰਘ ਨੇ ਉਹ ਪਦਮ ਸ੍ਰੀ ਅਵਾਰਡ ਸੀ ਨਾ ਜਿਹੜਾ ਚਿੱਠੀ ਨਾਲ ਲਿਖੀ ਰਾਸ਼ਟਰਪਤੀ ਨੂੰ। ਉਹ ਚਿੱਠੀ ਤੁਸੀਂ ਸ਼ਾਇਦ ਪੜ੍ਹੀ ਵੀ ਹੋਵੇਗੀ। ਰਾਸ਼ਟਰਪਤੀ ਨੂੰ ਭਗਤ ਪੂਰਨ ਸਿੰਘ ਨੇ ਚਿੱਠੀ ਲਿਖੀ, ਮੈਨੂੰ ਤੁਹਾਡਾ ਇਹ ਅਵਾਰਡ ਨਹੀਂ ਚਾਹੀਦਾ। ਕਹਿੰਦੇ ਮੈਂ ਸਾਰਾ ਅੱਖਾਂ ਦੇ ਨਾਲ ਵੇਖਿਆ, ਮੇਰੇ ਸਾਹਮਣੇ ਕਹਿੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਨੂੰ ਕਹਿੰਦੇ ਫੜ ਕੇ ਠੁੱਡੇ ਮਾਰੇ ਗਏ, ਉਹਨਾਂ ਦੇ ਪਰਿਵਾਰ ਨੂੰ ਕਹਿੰਦੇ ਭੁੱਖਿਆਂ ਰੱਖਿਆ ਗਿਆ। ਕਹਿੰਦੇ ਜਿਨ੍ਹਾਂ ਦੇ ਰਾਜ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੋਲੀਆਂ ਲੱਗੀਆਂ ਹੋਣ, ਸੱਚਖੰਡ ਸਾਰੇ ਗੋਲੀਆਂ ਵੱਜੀਆਂ ਹੋਣ, ਅਕਾਲ ਤਖਤ ਨੂੰ ਢਾਹ ਦਿੱਤਾ ਹੋਵੇ, ਢਹਿ ਢੇਰੀ ਕਰ ਦਿੱਤਾ ਹੋਵੇ, ਕਹਿੰਦੇ ਇਹਨਾਂ ਦਾ ਸਨਮਾਨ ਮੈਨੂੰ ਨਹੀਂ ਚਾਹੀਦਾ। ਭਾਵੇਂ ਪਿਆਰੂ ਹਿੰਦੂ ਤੋਂ ਸਿੱਖ ਸੱਜਿਆ ਹੋਇਆ ਸੀ, ਹਿੰਦੂ ਤੋਂ ਸਿੱਖ ਸੱਜਿਆ ਹੋਇਆ ਸੀ, ਪਰ ਵੇਖੋ ਕਿਤਨਾ ਪਿਆਰ ਸੀ ਮਨ ਅੰਦਰ। ਜਿਹੜੇ ਕਿ ਡਿਸੇਬਲ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜੇ ਬੋਲ ਨਹੀਂ ਸਕਦੇ, ਜਿਹੜੇ ਸੁਣ ਨਹੀਂ ਸਕਦੇ, ਠੀਕ ਹੈ, ਉਹਨਾਂ ਨੂੰ ਅਵਾਰਡ ਦਿੱਤਾ ਜਿਹੜਾ ਇਹਨਾਂ ਨੇ ਉਹਨਾਂ ਦੀ ਸੇਵਾ ਵੱਲ ਵੇਖ ਕੀਤਾ। ਪਰ ਉਹਨਾਂ ਨੇ ਕਹਿੰਦੇ ਲੱਤ ਮਾਰਦਾ ਮੈਂ ਤੁਹਾਡੀ ਅਵਾਰਡ ਨੂੰ, ਕਹਿੰਦੇ ਮੈਂ ਨਹੀਂ ਇਸ ਨੂੰ ਕੁਝ ਵੀ ਸਮਝਦਾ। ਕਹਿੰਦੇ ਜਿਹੜੇ ਤੁਸੀਂ ਅਵਾਰਡ ਮੈਨੂੰ ਦਿੰਦੇ ਹੋ ਪਦਮ ਸ੍ਰੀ ਅਵਾਰਡ, ਮੈਨੂੰ ਨਹੀਂ ਚਾਹੀਦੇ ਇਹੋ ਜਿਹੇ ਅਵਾਰਡ ਜਿੱਥੇ ਕਹਿੰਦੇ ਇਤਨਾ ਘਾਣ ਕੀਤਾ ਜਾਵੇ, ਬੱਚਿਆਂ ਨੂੰ ਸ਼ਹੀਦ ਕੀਤਾ ਜਾਵੇ, ਬਜ਼ੁਰਗਾਂ ਨੂੰ ਸ਼ਹੀਦ ਕੀਤਾ ਜਾਵੇ, ਸੰਗਤਾਂ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਾਣ। ਕਹਿੰਦੇ ਮੈਨੂੰ ਇਹੋ ਜਿਹਾ ਅਵਾਰਡ ਨਹੀਂ ਚਾਹੀਦਾ, ਮੈਨੂੰ ਨਹੀਂ ਚਾਹੀਦਾ ਇਹੋ ਜਿਹਾ ਅਵਾਰਡ। ਜਿਹੜੀ ਮੈਂ ਸੇਵਾ ਕਰ ਰਿਹਾ ਠੀਕ ਹੈ, ਮੈਂ ਉਹਦੇ ਵਿੱਚ ਪ੍ਰਸੰਨ ਹਾਂ। ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚ ਦਿਆ ਫਲ ਪਾਵਣਾ, ਆਉਂਦਾ ਵਿੱਚ ਹੁੰਦਾ ਏ। ਪਿਆਰੂ ਸੇਵਾ ਨੂੰ ਕਮਾਉਂਦਿਆਂ ਭਗਤ ਪੂਰਨ ਸਿੰਘ ਜੀ ਵੇਖੋ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਤੇ ਜਿਨ੍ਹਾਂ ਦੇ ਨਾਂ ਤੇ ਕਲੰਕ ਲੱਗੇ ਨੇ ਉਹਨਾਂ ਨੂੰ ਵੀ ਯਾਦ ਕਰਦੇ ਹਾਂ, ਉਹਨਾਂ ਨੂੰ ਵੀ ਯਾਦ